ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ। ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ 'ਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਰੂਸ ਦੌਰਾ ਅਹਿਮ ਹੈ। 75ਵੀਂ ਵਿਕਟਰੀ ਡੇ ਪਰੇਡ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਰਾਜਨਾਥ ਸਿੰਘ ਰੂਸ ਨਾਲ ਰੱਖਿਆ ਸੌਦਿਆਂ ਤੇ ਵੀ ਗੱਲ ਕਰ ਰਹੇ ਨੇ। ਇਹ ਸੌਦੇ ਉਸ ਸਮੇਂ ਹੋਰ ਅਹਿਮ ਹੋ ਜਾਂਦੇ ਨੇ ਜਦੋਂ ਭਾਰਤ ਅਤੇ ਚੀਨ LAC ਤੇ ਆਮੋ ਸਾਹਮਣੇ ਨੇ। ਅਜਿਹੇ 'ਚ ਰੂਸ ਨੇ ਭਾਰਤ ਨੂੰ S-400 ਮਿਜ਼ਾਈਲ ਸਿਸਟਮ ਦੀ ਡਿਲੀਵਰੀ ਕਰਨੀ ਹੈ। ਸਾਲ 2018 ਵਿੱਚ ਭਾਰਤ ਅਤੇ ਰੂਸ ਦਰਮਿਆਨ 5 ਅਰਬ ਤੋਂ ਜ਼ਿਆਦਾ ਦਾ ਸੌਦਾ ਹੋਇਆ ਸੀ। ਕੋਰੋਨਾ ਕਾਰਨ ਡਿਲੀਵਰੀ 'ਚ ਦੇਰੀ ਹੋ ਰਹੀ ਹੈ। ਦਸੰਬਰ 2021 ਤੱਕ ਇਹ ਐਂਟੀ ਮਿਜ਼ਾਈਲ ਸਿਸਟਮ ਭਾਰਤ ਨੂੰ ਮਿਲ ਸਕਦਾ ਹੈ। ਚੀਨ ਨਾਲ ਤਣਾਅ ਦੇ ਵਿੱਚ ਭਾਰਤ ਚਾਹੁੰਦਾ ਹੈ ਕਿ ਰੂਸ ਉਹਨਾਂ ਨੂੰ ਇਹ ਡਿਲੀਵਰੀ ਛੇਤੀ ਤੋਂ ਛੇਤੀ ਕਰੇ। S-400 ਮਿਜ਼ਾਈਲ ਸਿਸਟਮ 600 ਕਿਲੋਮੀਟਰ ਦੂਰੀ ਤੱਕ ਟਾਰਗੇਟ ਨੂੰ ਪਛਾਣ ਸਕਦਾ ਹੈ। ਇੱਕ ਸਮੇਂ 'ਚ 100 ਤੋਂ 300 ਟਾਰਗੇਟ ਨੂੰ ਇਹ ਟਰੈਕ ਕਰ ਸਕਦਾ ਹੈ। S-400 ਦੀਆਂ ਮਿਜ਼ਾਈਲਾਂ 400 ਕਿਲੋਮੀਟਰ ਦੂਰੀ ਤੱਕ ਮਾਰ ਕਰ ਸਕਦੀਆਂ ਨੇ। ਇੱਕ ਸਮੇਂ 'ਚ 3 ਦਿਸ਼ਾਵਾਂ 'ਚ ਇਹ ਮਿਜ਼ਾਈਲ ਦਾਗ ਸਕਦਾ ਹੈ। ਹਵਾ 'ਚ ਉੜਦੇ 36 ਟਾਰਗੇਟ ਨੂੰ ਇੱਕ ਸਮੇਂ 'ਚ ਨਿਸ਼ਾਨਾ ਬਣਾ ਸਕਦਾ ਹੈ। ਇਹ ਸਿਸਟਮ ਮਿਜ਼ਾਈਲ ਸਣੇ ਡਰੋਨ ਹਮਲੇ ਨੂੰ ਵੀ ਨਾਕਾਮ ਕਰ ਸਕਦਾ ਹੈ। ਚੀਨ ਕੋਲ ਪਹਿਲਾਂ ਹੀ ਇਹ ਡਿਫੈਂਸ ਸਿਸਟਮ ਮੌਜੂਦ ਹੈ। ਚੀਨ ਨੇ ਵੀ ਰੂਸ ਤੋਂ ਹੀ ਖਰੀਦਿਆ ਹੈ। ਚੀਨ ਬਾਅਦ ਹੁਣ ਇਹ ਸਿਸਟਮ ਭਾਰਤ ਵੀ ਰੂਸ ਤੋਂ ਖਰੀਦ ਰਿਹਾ ਹੈ। ਹਾਲਾਂਕਿ ਚੀਨ ਨਹੀਂ ਚਾਹੁੰਦਾ ਕਿ ਰੂਸ ਇਹ ਸਿਸਟਮ ਭਾਰਤ ਨੂੰ ਵੇਚੇ, ਪਰ ਭਾਰਤ ਅਤੇ ਰੂਸ ਵਿਚਕਾਰ ਸੌਦਾ ਹੋ ਚੁੱਕਿਆ ਹੈ। ਬਸ ਡਿਲੀਵਰੀ ਬਾਕੀ ਹੈ। ਅਜਿਹੇ ਵਿੱਚ ਰੂਸ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਨੂੰ ਤੈਅ ਸਮਾਂ ਸੀਮਾ 'ਚ ਸਾਮਾਨ ਦੀ ਡਿਲੀਵਰੀ ਹੋ ਜਾਵੇਗੀ। जो राजनाथ सिंह जी ने जो रशिया ने जो एश्योरेंस दिया है, ये कहा है कि वो जितने भी कॉन्ट्रैक्ट्स हैं वो टाइमली डिलीवरी होगा एज पर डिलीवरी शेड्यूल, तो बहुत अच्छी बात है। इस जब हमारा सामान हम जानते हैं कि किस समय सामान मिलने वाला है, तो अकॉर्डिंगली हम अपने ऑपरेशनल प्लानिंग कर सकते हैं। ਚੀਨ ਦੇ ਰੱਖਿਆ ਮੰਤਰੀ ਵੀ ਰੂਸ ਵਿੱਚ ਨੇ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਅਖਬਾਰ ਨੇ ਕਿਹਾ ਸੀ ਕਿ ਦੇਸ਼ ਦੇ ਰੱਖਿਆ ਮੰਤਰੀ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਸਕਦੇ ਨੇ, ਪਰ ਭਾਰਤੀ ਰੱਖਿਆ ਮੰਤਰਾਲੇ ਨੇ ਸਾਫ਼ ਕਰ ਦਿੱਤਾ ਕਿ ਅਜਿਹੀ ਕੋਈ ਵੀ ਮੁਲਾਕਾਤ ਨਹੀਂ ਹੋਵੇਗੀ। दो बिंदु है। पहला कि चीन साइकोलॉजिकल वॉरफेयर हिंदुस्तान के खिलाफ इस्तेमाल कर रहा है ताकि दबाव में आके रक्षा मंत्री जी चाइनीज़ काउंटर पार्ट से मिलें और बातचीत करें ईस्टर्न लद्दाख के परिप्रेक्ष्य में। ऐसा संभव नहीं है क्योंकि जो हमारी कूटनीति है उसकी परिपक्वता, मानसिक सोच अब इस ऊंचे स्तर पर पहुंच गई है कि इस जाल में हम लोग फंसने वाले नहीं हैं। ਇਸ ਸਭ ਵਿੱਚ ਭਾਰਤੀ ਫੌਜ ਮੁਖੀ ਮਨੋਜ ਮੁਕੁੰਦ ਨਰਵਣੇ ਦਾ ਬੁੱਧਵਾਰ ਲਦਾਖ ਦੌਰੇ ਦਾ ਦੂਜਾ ਦਿਨ ਰਿਹਾ। ਫੌਜ ਮੁਖੀ ਨੇ ਫਾਰਵਰਡ ਪੋਸਟ ਦਾ ਦੌਰਾ ਕੀਤਾ ਅਤੇ ਨਾਲ ਹੀ ਗਲਵਾਨ ਘਾਟੀ 'ਚ ਚੀਨੀ ਸੈਨਿਕਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਉਹਨਾਂ ਭਾਰਤੀ ਫੌਜ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਦੌਰੇ ਦੇ ਪਹਿਲੇ ਦਿਨ ਫੌਜ ਮੁਖੀ ਨੇ ਝੜਪ ਦੌਰਾਨ ਜ਼ਖਮੀ ਜਵਾਨਾਂ ਦਾ ਹਾਲ ਜਾਣਿਆ ਸੀ। ਇਸ ਤੋਂ ਪਹਿਲਾਂ ਹਵਾਈ ਫੌਜ ਮੁਖੀ ਵੀ ਲਦਾਖ ਦਾ ਦੌਰਾ ਕਰ ਚੁੱਕੇ ਨੇ। ਇਸ ਸਭ ਵਿੱਚ ਸਿਆਸਤ ਵੀ ਜਾਰੀ ਹੈ। ਕਾਂਗਰਸ ਮੋਦੀ ਸਰਕਾਰ ਤੇ ਹਮਲਾਵਰ ਹੈ ਤਾਂ BJP भी उल्टा कांग्रेस ਨੂੰ घेर रही है। और अगर चीन भारत की भूमि सरजमीन को हथिया रहा है और सरकार चीन की बोली बोल रही है, तो क्या आप जो राष्ट्रवादी शक्तियां हैं जिन्होंने देश की आजादी की लड़ाई लड़ी और देश को अंग्रेजों से आजाद कराया, वो क्या आज इस चीनी आक्रमण के खिलाफ चुप बैठे? क्या आप हमसे ये उम्मीद करते हैं कि चीन हमारी भूमि हथियाता रहे? सरकार अपना जमीन में सिर घुसाकर बैठी हुई है और विपक्ष के ऊपर आप यह आरोप लगाते हैं कि हम फौज का मनोबल काम कर रहे हैं। अगर भारत की भूमि चीन ने हथियाई है तो उसके लिए कौन जिम्मेवार है? किसकी जिम्मेवारी बनती है? और क्या इस देश को हक नहीं है
उस जिम्मेवारी को तय करने का। कांग्रेस पार्टी की लीडरशिप है वो किस तरह का व्यवहार कर रही है, किस तरह से जो है वो पूरे के पूरे इशू को जो है वो बिना समझे, बिना जानकारी के, बिना उसका इतिहास भूगोल समझे हुए और बयानबाजी और कर रहे हैं। तो इन बयान बहादुरों से लोग जो है वो खुद ही परेशान हैं। इसलिए किसी भी तरह से आज पूरा देश एकजुट है। प्रधानमंत्री नरेंद्र मोदी जी के नेतृत्व में देश की सुरक्षा, देश का सम्मान, देश का स्वाभिमान, देश की सार्वभौमिकता पूरी तरह से पुख्ता है, मजबूत है। उसके लिए कांग्रेस पार्टी के प्रमाण पत्र की जरूरत नहीं है। इस सियासत ਵਿੱਚ ਭਾਰਤ ਚੀਨ 'ਚ ਸਰਹੱਦੀ ਵਿਵਾਦ ਕੀ ਮੋੜ ਲਵੇਗਾ, ਇਸ ਤੇ ਸਭ ਦੀ ਨਜ਼ਰ ਹੈ। ਅਜਿਹੇ 'ਚ ਬੁੱਧਵਾਰ ਵੀ ਦੋਵਾਂ ਦੇਸ਼ਾਂ ਦੇ ਸੰਯੁਕਤ ਸਕੱਤਰਾਂ ਵਿਚਕਾਰ ਮੀਟਿੰਗ ਹੋਈ। ਹਾਲਾਂਕਿ ਚੀਨ ਪਹਿਲਾਂ ਹੀ ਵਿਵਾਦਿਤ ਖੇਤਰ 'ਚੋਂ ਪਿੱਛੇ ਹਟਣ ਦੀ ਹਾਮੀ ਭਰ ਚੁੱਕਿਆ ਹੈ। ਭਾਰਤ ਉਸ ਦੇ ਅਮਲੀ ਜਾਮਾ ਪਹਿਨਾਉਣ ਦੀ ਉਡੀਕ 'ਚ ਹੈ, ਜਿਸ ਕਾਰਨ ਸਰਹੱਦ ਤੇ ਸ਼ਾਂਤੀ ਪਰ ਤਣਾਅ ਬਰਕਰਾਰ ਹੈ। ਪੈਂਗੋਂਗ ਲੇਕ ਨਾਲ ਕੁੱਲ 8 ਪਹਾੜੀਆਂ ਨੇ ਜੋ ਹੱਥ ਦੀਆਂ ਉਂਗਲੀਆਂ ਦੇ ਆਕਾਰ ਦੀਆਂ ਨੇ, ਇਸ ਲਈ ਇਹਨਾਂ ਨੂੰ ਫਿੰਗਰ ਏਰੀਆ ਕਿਹਾ ਜਾਂਦਾ ਹੈ। 1 ਤੋਂ ਲੈ ਕੇ 4 ਨੰਬਰ ਤੱਕ ਦੀ ਫਿੰਗਰ ਤੇ ਭਾਰਤ ਦਾ ਅਧਿਕਾਰ ਹੈ। ਭਾਰਤ ਦਾ ਕਲੇਮ 8 ਨੰਬਰ ਪਹਾੜੀ ਤੱਕ ਹੈ। ਇਸੇ ਤਰ੍ਹਾਂ ਹੀ ਚੀਨ 2 ਨੰਬਰ ਤੱਕ ਦਾਅਵਾ ਕਰਦਾ ਹੈ। ਅਜਿਹੇ ਦਾਅਵਿਆਂ ਨਾਲ ਪੂਰਾ ਫਿੰਗਰ ਏਰੀਆ ਵਿਵਾਦਿਤ ਖੇਤਰ ਹੈ। ਹੁਣ ਇਹ ਵਿਵਾਦ ਕੀ ਮੋੜ ਲੈਂਦਾ ਹੈ ਇਹ ਤਾਂ ਸਮਾਂ ਦੱਸੇਗਾ, ਪਰ ਹਾਲਾਤ ਤਣਾਅਪੂਰਨ ਨੇ। ਭਾਰਤ ਚੀਨ ਨਾਲ ਲੱਗਦੀ ਸਰਹੱਦ ਤੇ ਚੌਕਸੀ ਵਧਾ ਰਹੀ ਹੈ ਤਾਂ ਜੋ ਚੀਨ ਦੀ ਕਿਸੇ ਵੀ ਕਾਇਰਾਨਾ ਹਰਕਤ ਦਾ ਜਵਾਬ ਦਿੱਤਾ ਜਾ ਸਕੇ।